Hello everyone, welcome you all in your own channel Learn Everything. सो ਅਸੀਂ ਕਰ ਰਹੇ ਸੀ ਐਟੋਮਿਕ ਐਂਡ ਮੋਲੀਕੂਲਰ ਫਿਜ਼ਿਕਸ ਜਿਹਦੇ ਵਿੱਚ ਨਾ ਨੈਕਸਟ ਟੌਪਿਕ ਹੈਗਾ ਇਲੈਕਟ੍ਰੋਨ ਸਪਿਨ। ਬਹੁਤ ਜ਼ਿਆਦਾ ਈਜ਼ੀ ਟੌਪਿਕ ਹੈ, ਈਜ਼ੀ ਵੇ ਨਾਲ ਕਰਾਂਗੇ। ਠੀਕ ਹੈ, ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਂਦੀ ਹਾਂ। ਦੇਖੋ ਉਹਨੇ ਬੋਲਿਆ ਕਿ ਜਿਹੜੀਆਂ ਬਹੁਤ ਸਾਰੀਆਂ ਸਪੈਕਟਰਲ ਲਾਈਨ ਸੀ ਨਾ, ਜਦੋਂ ਉਹਨਾਂ ਨੂੰ ਅਬਜ਼ਰਵ ਕੀਤਾ ਗਿਆ ਅੰਡਰ ਦਾ ਹਾਈ ਰਿਜ਼ੋਲਵਿੰਗ ਸਪੈਕਟਰੋਸਕੋਪ, ਤੇ ਹੋਇਆ ਕਿ ਉਹ ਕੰਸਿਸਟ ਆਫ ਸੀਗੀਆਂ ਟੂ ਸੈਪਰੇਟ ਲਾਈਨ ਵੈਰੀ ਕਲੋਜ਼ ਟੂ ਈਚ ਅਦਰ। ਠੀਕ ਹੈ, ਜਦੋਂ ਬਹੁਤ ਸਾਰੀਆਂ ਜਿਹੜੀਆਂ ਸਪੈਕਟਰਲ ਲਾਈਨ ਸੀਗੀਆਂ ਉਹਨਾਂ ਨੂੰ ਹਾਈ ਰਿਜ਼ੋਲਵਿੰਗ ਸਪੈਕਟਰੋਸਕੋਪ ਦੇ ਅੰਡਰ ਦੇਖਿਆ ਗਿਆ ਤੇ ਇਹ ਪਾਇਆ ਗਿਆ ਕਿ ਉਹ ਐਕਚੁਅਲੀ ਜਿਹੜੀਆਂ ਸੀ ਉਹ ਕੰਸਿਸਟ ਆਫ ਟੂ ਸੈਪਰੇਟ ਲਾਈਨ ਸੀ ਵਿਚ ਆਰ ਵੈਰੀ ਕਲੋਜ਼ ਟੂ ਈਚ ਅਦਰ, ਜਿਹੜੀਆਂ ਇੱਕ ਦੂਜੇ ਦੇ ਕੀ ਸੀ ਬਹੁਤ ਜ਼ਿਆਦਾ ਕਲੋਜ਼ ਸੀਗੀਆਂ। ਠੀਕ ਹੈ, ਉਸ ਤੋਂ ਬਾਅਦ ਗੌਡਸਮਿਥ ਐਂਡ ਯੂਲੈਨਬੈਕ ਨੇ ਪੋਸਟੂਲੇਟ ਕੀਤਾ ਕਿ ਜਿਹੜਾ ਇਲੈਕਟ੍ਰੋਨ ਆ ਨਾ, ਅਸੀਂ ਇੰਨਾ ਪੜ੍ਹਦੇ ਹਾਂ ਕਿ ਨਿਊਕਲੀਅਸ ਦੇ ਆਲੇ ਦੁਆਲੇ ਇਲੈਕਟ੍ਰੋਨ ਜਿਹੜਾ ਆ ਉਹ ਰਿਵੋਲਵ ਕਰ ਰਿਹਾ ਹੈ ਨਾ, ਬਟ ਉਹਨੇ ਕਿਹਾ ਕਿ ਇਕੱਲਾ ਨਿਊਕਲੀਅਸ ਦੇ ਦੁਆਲੇ ਹੀ ਨਹੀਂ ਰੋਟੇਟ ਕਰ ਰਿਹਾ, ਰਿਵੋਲਵ ਕਰ ਰਿਹਾ, ਬਟ ਆਪਣੇ ਐਕਸਿਸ, ਆਪਣੇ ਓਨ ਐਕਸਿਸ ਦੇ ਦੁਆਲੇ ਵੀ ਕੀ ਕਰ ਰਿਹਾ, ਇਹ ਰੋਟੇਟ ਕਰ ਰਿਹਾ। ਲਾਈਕ ਜਿੱਦਾਂ ਧਰਤੀ ਆ ਨਾ, ਉਹ ਸੂਰਜ ਦਾ ਚੱਕਰ ਵੀ ਲਗਾਉਂਦੀ ਆ ਤੇ ਆਪਣੇ ਧੁਰੇ ਦੁਆਲੇ ਵੀ ਘੁੰਮਦੀ ਆ, ਹੈ ਨਾ। ਆਪਣੇ ਐਕਸਿਸ ਦੇ ਦੁਆਲੇ ਘੁੰਮਣ ਨੂੰ ਆਪਾਂ ਰੋਟੇਸ਼ਨ ਕਹਿੰਦੇ ਹਾਂ, ਜਦੋਂ ਕਿਸੇ ਦੇ ਇਰਦ ਗਿਰਦ ਘੁੰਮਣਾ ਉਹਨੂੰ ਰਿਵੋਲਵ ਬੋਲਦੇ ਹਨ। ਸੋ ਇੱਦਾਂ ਕਹਿੰਦਾ ਇਲੈਕਟ੍ਰੋਨ ਨਿਊਕਲੀਅਸ ਦੇ ਦੁਆਲੇ ਵੀ ਘੁੰਮ ਰਿਹਾ ਤੇ ਆਪਣੇ ਐਕਸਿਸ ਦੇ ਦੁਆਲੇ ਵੀ ਘੁੰਮ ਰਿਹਾ। ਤੇ ਜਿਹੜਾ ਮੈਗਨੈਟਿਕ ਮੂਵਮੈਂਟ ਆ ਉਹ ਐਸੋਸੀਏਟ ਹੋ ਜਾਂਦਾ ਫਿਰ ਵਿਦ ਸਪਿਨ ਮੋਸ਼ਨ, ਕਿਉਂਕਿ ਉਹ ਸਪਿਨ ਵੀ ਕਰ ਰਿਹਾ। ਇੱਥੋਂ ਉਹਨੇ ਕਿਹਾ ਕਿ ਜਿਹੜਾ ਇਲੈਕਟ੍ਰੋਨ ਆ ਉਹ ਕੀ ਪੋਜੈਸ ਕਰਦਾ ਆ, ਇੰਟ੍ਰਿੰਸਿਕ ਐਂਗੂਲਰ ਮੋਮੈਂਟਮ ਤੇ ਇੰਟ੍ਰਿੰਸਿਕ ਮੈਗਨੈਟਿਕ ਮੂਵਮੈਂਟ, ਐਂਗੂਲਰ ਮੋਮੈਂਟਮ, ਠੀਕ ਹੈ, ਐਂਡ ਇੰਟ੍ਰਿੰਸਿਕ ਮੈਗਨੈਟਿਕ ਮੂਵਮੈਂਟ। ਉਹਨੇ ਇਹ ਗੱਲ ਕੀਤੀ ਵਿਚ ਆਰ ਰਿਸਪੈਕਟਿਵਲੀ, ਜਿਨ੍ਹਾਂ ਨੂੰ ਕੀ ਬੋਲਦੇ ਆ ਆਪਾਂ, ਜਿਹੜਾ ਇੰਟ੍ਰਿੰਸਿਕ ਐਂਗੂਲਰ ਮੋਮੈਂਟਮ ਉਹਨੂੰ ਬੋਲਦੇ ਆਪਾਂ ਸਪਿਨ ਐਂਗੂਲਰ ਮੋਮੈਂਟਮ ਐਸ, ਐਂਡ ਇੰਟ੍ਰਿੰਸਿਕ ਮੈਗਨੈਟਿਕ ਮੂਵਮੈਂਟ ਉਹਨੂੰ ਬੋਲਦੇ ਸਪਿਨ ਮੈਗਨੈਟਿਕ ਮੂਵਮੈਂਟ ਮਿਊ ਐਸ। ਸੋ ਕਲੀਅਰ ਹੈ ਜੀ, ਤੁਹਾਨੂੰ ਇੱਥੇ ਤੱਕ ਕਲੀਅਰ ਹੋਇਆ। ਉਹਨੇ ਕੀ ਕਿਹਾ ਕਿ ਜਿਹੜਾ ਇਲੈਕਟ੍ਰੋਨ ਉਹ ਕੀ ਪੋਜੈਸ ਕਰਦਾ, ਦੋ ਤਰ੍ਹਾਂ ਦਾ ਮੋਮੈਂਟਮ ਪੋਜੈਸ ਕਰਦਾ, ਇੱਕ ਸਪਿਨ ਐਂਗੂਲਰ ਮੋਮੈਂਟਮ ਐਂਡ ਸਪਿਨ ਮੈਗਨੈਟਿਕ ਮੂਵਮੈਂਟ ਮਿਊ ਐਸ ਵੈਕਟਰ। ਇਹ ਦੋ ਆ। ਐਸ ਦੀ ਉਹਨੇ ਸਾਨੂੰ ਕੀ ਵੈਲਿਊ ਦਿੱਤੀ, ਅੰਡਰ ਰੂਟ ਐਸ ਇੰਟੂ ਐਸ ਪਲੱਸ 1 ਐਚ ਬਾਰ, ਜੋ ਇੱਥੇ ਗਿਵਨ ਹੈਗੀ ਆ। ਇਹ ਦੇਖੋ ਸਪਿਨ ਐਂਗੂਲਰ ਮੋਮੈਂਟਮ ਕੀ ਹੈ, ਅੰਡਰ ਰੂਟ ਐਸ ਪਲੱਸ 1 ਐਚ ਬਾਰ। ਐਸ ਕੀ ਹੈ, ਸਪਿਨ ਕੁਆਂਟਮ ਨੰਬਰ ਹੈਗਾ ਸਾਡੇ ਕੋਲ। ਠੀਕ ਹੈ, ਇੱਥੋਂ ਅੱਗੇ ਕਰਦੇ ਆਪਾਂ ਐਸ ਨੂੰ ਆਪਾਂ ਸਪਿਨ ਕੁਆਂਟਮ ਨੰਬਰ ਕਹਿੰਦੇ ਹਾਂ, ਜਿਹਦੀ ਪੋਸੀਬਲ ਵੈਲਿਊ ਹੈਗੀ 1/2। ਤਾਂ ਇੱਥੇ ਵੈਲਿਊ ਪੁੱਟ ਕਰ ਦਈਏ, ਫਿਰ 1/2 ਇੰਟੂ 1/2 ਪਲੱਸ 1 ਐਸ ਇੰਟੂ ਐਸ ਪਲੱਸ 1 ਐਚ ਬਾਰ ਤੋਂ ਆ ਗਿਆ ਰੂਟ 3/2 ਐਚ ਬਾਰ। ਤੇ ਅਸੀਂ ਅੱਗੇ ਗੱਲ ਕਰਦੇ ਜ਼ੈਡ ਕੰਪੋਨੈਂਟ ਇਹਦਾ, ਸਪਿਨ ਐਂਗੂਲਰ ਮੋਮੈਂਟਮ ਐਸ ਜ਼ੈਡ ਹੋ ਗਿਆ, यानी कि कंपोनेंट ऑफ स्पिन एंगुलर मोमेंटम अलोंग द डायरेक्शन ऑफ एक्सटर्नल फील्ड इन द स्पेस क्वांटाइज्ड, मतलब जिधर ਨੂੰ ਤੁਹਾਡਾ एक्सटर्नल फील्ड है उधर ਨੂੰ, ਤੇ ਉਹ ਸਾਡੇ ਕੋ ਆਇਆ एम एस एच बार। ਹੁਣ एम एस ਦੀਆਂ ਦੋ ਵੈਲਿਊਜ਼ ਹੋ ਸਕਦੀਆਂ, +1/2 ਐਂਡ -1/2, यानी अपर स्पिन या फिर डाउन स्पिन। सो ਉਹਦੇ ਅਕੋਰਡਿੰਗ ਇਹਦੀਆਂ ਵੀ ਕੀ ਆ ਜਾਣਗੀਆਂ, ਦੋ ਵੈਲਿਊਜ਼ ਆ ਜਾਣਗੀਆਂ। ठीक है, सो इस करके कहते ਜਿਹੜਾ स्पिन एंगुलर मोमेंटम हैगा ना, वो कैन नॉट बी अलाइंड कंप्लीटली विद द अप्लाइड मैगनैटिक फील्ड, वो कंप्लीटली उधर ਨੂੰ नहीं हो सकता। ठीक है, सो ਇੱਥੇ ਇਹਦੇ ਕੋਲ ਦੋ ਪੋਜੀਸ਼ਨ ਜਿਹੜੀਆਂ ਕਰੇਗਾ। ਸੋ ਇੱਕ ਹੋਏਗੀ +1/2, ਇੱਕ -1/2। ठीक है, सो ਇਹ ਲਾਈਨ ਹੁੰਦਾ ਇਨ ਦ ਟੂ ਡਾਇਰੈਕਸ਼ਨ ਫॉर ਵਿਚ z ਕੰਪੋਨੈਂਟ ਇਜ਼ +-h/2। ਇਹ ਦੇਖੋ ਬਣਾਇਆ ਵੀ ਹੋਇਆ। ਠੀਕ ਹੈ ਜੀ, ਕਲੀਅਰ ਹੈ ਤੁਹਾਨੂੰ ਇਹ ਐਸ ਜ਼ੈਡ। ठीक है, ਦਿੱਤਾ ਹੋਇਆ ਉਹਨੇ ਬੋਲਿਆ। ਤੁਸੀਂ ਹੁਣ ਵਿੱਚ ਮੈਂ ਤੁਹਾਨੂੰ ਦੱਸਦੀ ਮੇਨ ਇੱਥੋਂ ਪੁਆਇੰਟ ਨੋਟ ਕਰਨ ਵਾਲਾ ਆ ਕਿ ਸਪਿਨ ਐਂਗੂਲਰ ਮੋਮੈਂਟਮ ਕੈਨ ਨਾਟ ਅਲਾਈਨਡ ਕੰਪਲੀਟਲੀ ਵਿਦ ਦ ਅਪਲਾਈਡ ਮੈਗਨੈਟਿਕ ਫੀਲਡ ਬਟ ਕੈਨ ਅਲਾਈਨ ਓਨਲੀ ਇਨ ਟੂ ਡਾਇਰੈਕਸ਼ਨ ਫॉर ਵਿਚ z ਕੰਪੋਨੈਂਟ ਇਜ਼ +-h ਬਾਰ ਬਾਈ 2। ਹੈਂਸ ਵੀ ਫਾਈਂਡ ਦੈਟ ਬਾਈ ਵਿਰਚੂ ਆਫ ਇਟਸ ਸਪਿਨ। ਹੁਣ ਅਸੀਂ ਬੋਲਿਆ ਇਹਦੀ ਸਪਿਨ ਵੀ ਹੁੰਦੀ ਆ, ਤਾਂ ਇਲੈਕਟ੍ਰੋਨ ਕੋਲ ਪੋਜੈਸ ਕਰਨਗੇ ਉਹ इंट्रिंसिक यानी इंटरनल क्वांटम स्टेट फॉर टू वैल्यू ऑफ एम एस +1/2 एंड -1/2 दोनों ਲਈ। ਇਹ ਤਾਂ ਗੱਲ ਕੀਤੀ ਆਪਾਂ ਸਪਿਨ ਐਂਗੂਲਰ ਮੋਮੈਂਟਮ ਦੀ। ਅਸੀਂ ਕਿਹਾ ਸੀ ਉਹਦੇ ਕੋਲ ਸਪਿਨ ਮੈਗਨੈਟਿਕ ਮੂਵਮੈਂਟ ਵੀ ਹੁੰਦਾ ਮਿਊ ਐਸ। ਮਿਊ ਐਸ ਦਾ ਐਸ ਨਾਲ ਕੀ ਰਿਲੇਸ਼ਨ ਹੁੰਦਾ, ਮਿਊ ਐਸ ਇਜ਼ ਇਕੁਅਲਸ ਟੂ 2E/2m ਇੰਟੂ ਐਸ ਵੈਕਟਰ, यानी ਐਸ ਕੀ ਸੀਗਾ ਸਪਿਨ ਐਂਗੂਲਰ ਮੋਮੈਂਟਮ। ओके, तो ਤੁਹਾਨੂੰ पता ਇਹਦਾ ਫਾਰਮੂਲਾ ਕੀ ਸੀ, ਅੰਡਰ ਰੂਟ ਐਸ ਇੰਟੂ ਐਸ ਪਲੱਸ 1 ਐਚ ਬਾਰ। ਐਚ ਬਾਰ ਇੱਥੇ ਲੈ ਜਾਈਏ ਤੇ ਈ ਐਚ ਬਾਰ 2m ਕੀ ਹੁੰਦਾ, ਮਿਊ ਵੀ ਬੋਹਰ ਮੈਗਨੇਟਨ, ਇਹ ਵੀ ਸਾਨੂੰ ਪਤਾ ਹੀ ਹੈ ਫਾਰਮੂਲਾ। ਤੇ ਇੱਥੇ ਪੁੱਟ ਕਰ ਦਿੱਤਾ। ਹੁਣ ਇੱਥੋਂ ਆਪਾਂ 2 ਜਿਹੜਾ ਨੂੰ ਲਿਖਦੇ ਜੀ ਐਸ, ਮਿਊ ਐਸ ਇਕੁਅਲ ਟੂ ਜੀ ਐਸ ਮਿਊ ਵੀ ਅੰਡਰ ਰੂਟ ਐਸ ਇੰਟੂ ਐਸ ਪਲੱਸ 1, ਜੀ ਐਸ ਇਜ਼ ਇਕੁਅਲਸ ਟੂ 2, यानी कि ਇਹ ਵੈਲਿਊ 2 ਹੁੰਦੀ ਕਿ ਇਹਦੇ ਲਈ ਸਪਿਨ ਜੀ ਫੈਕਟਰ ਹੁੰਦਾ ਹੈ ਇਲੈਕਟ੍ਰੋਨ ਲਈ। ਠੀਕ ਹੈ, ਜੀ ਐਸ ਕੀ ਆ, ਸਪਿਨ ਜੀ ਫੈਕਟਰ ਫॉर इलैक्ट्रॉन, ਇਹਦੀ ਵੈਲਿਊ ਕਿੰਨੀ ਹੁੰਦੀ
2। ਸੋ ਇਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ। ਮੈਂ ਇੱਕ ਵਾਰੀ ਤੁਹਾਨੂੰ ਸ਼ਾਰਟ ਦੇ ਵਿੱਚ ਹੋਰ ਕਰਵਾ ਦਿੰਦੀ ਹਾਂ ਕਿ ਉਹਨੇ ਕਿਹਾ ਸੀ ਕਿ ਇਲੈਕਟ੍ਰੋਨ ਜਿਹੜਾ ਆ ਉਹ ਨਿਊਕਲੀਅਸ ਦੇ ਦੁਆਲੇ ਤਾਂ ਘੁੰਮਦਾ ਹੀ ਘੁੰਮਦਾ ਆ, ਪਲੱਸ ਨਾਲ ਆਪਣੇ ऑन एक्सिस के दुआले भी रोटेट करता हैगा। तो उन्हें बोलिया इलैक्ट्रॉन को दो तरह मोमेंटम होणगे, इंट्रिंसिक एंगुलर मोमेंटम ते मैगनैटिक मोमेंट भी होएगा। तो उन्हें जो एंगुलर मोमेंटम आ, ठीक है, स्पिन एंगुलर मोमेंटम, एक स्पिन मैगनैटिक है, एक एंगुलर एंगुलर का फॉर्मूला अंडर रूट एस इंटू एस प्लस वन एच बार। तो जो उन्हें फिर ये दसिया कि कंप्लीटली लाइन नहीं हो सकता, ठीक है, मतलब कि जिधर ਨੂੰ ਅਪਲਾਈਡ मैगनैटिक फील्ड है बट दो डायरैक्शन च लाइन होएगा, जिले Z कंपोनेंट कितना है प्लस माइनस एच बाय 2, यानी कि दो डायरैक्शन होणगियां, एक डायरैक्शन च नहीं होएगा। तो जो स्पिन मैगनैटिक मूवमेंट आ वो जो उन्हें ये कंपेयर किया फॉर्मूले तो उत्थों साडे कोल जिहड़ा स्पिन जी फैक्टर आया इलैक्ट्रॉन लिए कितना आया 2। ये मेन आ, मैं हुण तुहानूं दसने एक मेन फॉर्मूला ये वाला याद रखना तुसीं, एक जी एस की वैल्यू जिहड़ी आ वो याद रखनी हैगी, एक मैं तुहानूं ये वाली लाइन दसी ये तुसीं याद रखनी है, ठीक है, एक तुसीं इहदी वैल्यू ये वाली याद रख लिओ कि जे 1/2 आ, ठीक है, इको पॉसीबल वैल्यू इत्थे हो सकती है एस दी 1/2, ठीक है। जो असीं एम एस लिए लिखते हैं जैड वाल नूं आपां कढदे हैं, फिर प्लस 1/2 माइनस 1/2 दोनों लैंदे हैं। क्लीयर है जी। सो ये कर लेना, जो वीडियो पसंद आए मैनूं लाइक एंड कमेंट करके दसो। थैंक्स फॉर वॉचिंग द